जिस दिन ਆਪਾਂ ਸ਼ੂਟ ਪਲਾਨ ਕਰ ਰਹੇ ਸੀਗੇ ਤੇ ਮੈਂ ਉਹੀ ਮੰਮਾ ਨੂੰ ਕਾਲ ਕੀਤਾ ਐਂਡ ਆਈ ਵਾਸ ਲਾਈਕ ਮੰਮਾ ਕਿ ਇਦਾਂ ਗਾਣਾ ਆਇਆ ਐਂਡ ਯੂ نو ਆਈ ਲਵ ਦਿਲਜੀਤ ਦੋਸਾਂਝ ਤੇ ਕੀ ਕਰੀਏ ਮੇਰਾ ਐਗਜ਼ਾਮ ਵੀ ਹੈ ਉਸ ਦਿਨ ਉਹ ਕਹਿੰਦੇ ਕਿ ਦੇਖ ਬਹੁਤ ਵਧੀਆ ਓਪਰਚੁਨਿਟੀ ਹੈ ਐਗਜ਼ਾਮ ਤਾਂ ਰੀਅਪੀਅਰ ਆ ਜਾਊਗਾ ਆਪਾਂ ਬਾਅਦ ਚ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਹੈ ਬਟ ਯੂ ਸ਼ੁਡ ਡੂ ਇਟ ਹਾਂ ਮੈਂ ਆਪਣੇ ਫਰੈਂਡਸ ਦੇ ਵਿੱਚ ਰਹਿ ਕੇ ਬਹੁਤ ਇੰਜੋਏ ਕੀਤਾ ਹੈ ਬਟ ਮੈਂ ਹੁਣ ਵੀ ਆ ਕਹੂੰਗੀ ਕਿ ਮੈਂ ਪੰਜਾਬ ਯੂਨੀਵਰਸਿਟੀ ਬਹੁਤ ਚੰਗੇ ਤਰੀਕੇ ਨਾਲ ਐਕਸਪਲੋਰ ਨਹੀਂ ਕਰ ਪਾਈ ਮੇਰੀ ਸਟੂਸੀ ਦੇ ਰਾਜਮਾ ਚੌਲ ਦਾ ਟੇਸਟ ਹੁਣ ਤੱਕ ਫਰੈਸ਼ ਹੈ ਮੇਰੇ ਮੂੰਹ 'ਚ ਮੈਂ ਕਹੂੰਗੀ ਕਿ ਮੇਰੇ 'ਚ ਪੇਸ਼ੈਂਸ ਠਹਿਰਾਵ ਬਹੁਤ ਜ਼ਿਆਦਾ ਆਇਆ ਮੈਂ ਬਹੁਤ ਕੁਝ ਸਿੱਖਿਆ ਲੋਕਾਂ ਬਾਰੇ ਆਪਣੇ ਬਾਰੇ ਬੀਇੰਗ ਇਨ ਦੀ ਇੰਡਸਟਰੀ ਸੋ ਮੈਂ ਆ ਕਹੂੰਗੀ ਕਿ ਮੈਂ ਇੰਡਸਟਰੀ ਦੇ ਵਿੱਚ ਰਹਿ ਕੇ ਬਹੁਤ ਮੈਚੁਰ ਹੋਈ ਹਾਂ Hello and what's up? You're watching Kidna Presents Getting Personal with your favorite star. So मैं प्राची ਤੁਹਾਡੇ ਨਾਲ ਲੈ ਕੇ ਆ ਕੇ ਤੁਹਾਡਾ favorite show Getting Personal with your favorite star ਤੇ ਅੱਜ ਮੇਰੇ ਨਾਲ ਨਾ ਪੰਜਾਬ ਦੀ ਨਹੀਂ ਹੁਣ ਤਾਂ ਇੰਡੀਆ ਦੀ ਸਭ ਤੋਂ favorite ਤੇ cutest ਕੁੜੀ ਅਵੀਰਾ ਸਿੰਘ ਮਸੌਣ ਜੁੜ ਗਏ ਨੇ ਵੈਲਕਮ ਟੂ ਕਿੱਦਾਂ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਤੁਹਾਡਾ ਸਰਨੇਮ ਆਈ ਹੋਪ ਮੈਂ ਸਹੀ ਪ੍ਰੋਨਾਂਸ ਕੀਤਾ ਤੁਸੀਂ ਆਪ ਇੱਕ ਵਾਰ ਆਡੀਅנס ਨੂੰ ਸਹੀ ਨੇਮ ਪ੍ਰੋਪਰਲੀ ਆਪਣੀ ਕਾਸਟ ਦੱਸ ਦਿਓ ਪ੍ਰੋਨਾਂਸੀਏਸ਼ਨ ਪ੍ਰੋਬਲਮ ਬਹੁਤ ਆਉਂਦੀ ਹੈ ਸਾਨੂੰ ਹਾਂ ਆ ਯੂਜੂਅਲੀ ਬਹੁਤ ਲੋਕਾਂ ਨੂੰ ਕਨਫਿਊਜ਼ਡ ਹੋ ਜਾਂਦੇ ਕਿ ਮੇਰਾ ਕੀ ਪ੍ਰੋਨਾਂਸੀਏਸ਼ਨ ਹੈ ਸੋ ਇਟਸ ਅਵੀਰਾ ਸਿੰਘ ਮਸੌਣ No. ਅਵੀਰਾ ਕੀ ਹਾਲ ਚਾਲ ਹੈ ਹਾਊਸ ਲਾਈਫ ਹਾਊਸ everything's good ਕੰਮ ਕਰ ਰਹੇ ਹਾਂ ਫਿਟਨੈਸ ਤੇ ਕੰਮ ਕਰ ਰਹੇ ਹਾਂ ਇਟਸ ਗੁੱਡ ਫਿਟਨੈਸ ਤੁਹਾਡਾ ਬਹੁਤ ਧਿਆਨ ਰਹਿੰਦਾ ਹੈ ਨਾ ਆਈ ਗੈਸ ਤੁਸੀਂ ਆਪਣੀ ਸਨੈਪਚੈਟ ਤੇ ਜਦੋਂ ਫੈਨਸ ਨਾਲ ਵੀ ਇੰਟਰੈਕਟ ਕਰ ਰਹੇ ਹੁੰਦੇ ਹੋ ਜਾਂ ਮੇਬੀ ਮੈਂ ਜਦੋਂ ਵੀ ਦੇਖਦੀ ਹਾਂ ਤਾਂ ਉਹ ਫਿਟਨੈਸ ਵੀਡੀਓ ਦੇ ਦੌਰਾਨ ਹੀ ਹੁੰਦਾ ਜਾਂ ਮੇਬੀ ਕੋਈ ਜਿਮਿੰਗ ਟਾਈਮ ਹੀ ਹੁੰਦਾ ਯਾ ਬਟ ਉਹ ਸਿਰਫ ਤੁਸੀਂ ਲਾ ਲਓ 60% ਹੁੰਦਾ ਜਿਹੜਾ ਮੈਂ ਦਿਖਾਨੀ ਆ ਬਟ ਜਿਹੜੀ ਮੇਰੀ ਫਿਟਨੈਸ ਐਕਚੁਅਲੀ ਹੁੰਦੀ ਹੈ ਵੈਨ ਆਈ ਟਾਕ ਅਬਾਊਟ ਫਿਟਨੈਸ ਸੋ ਇਟਸ ਨਾਟ ਜਸਟ ਜਿਮ it's Pilates, it's kickboxing, it's martial arts and ਅੱਗੇ ਮੈਂ ਹੋਰ ਚੀਜ਼ਾਂ ਵੀ ਐਡ ਕਰਦੀ ਹਾਂ so there are a lot of things which comes into fitness. ਚਲੋ we'll totally consider this in today's talk session. Till then ਅਵੀਰਾ ਅੱਜ ਅਸੀਂ ਚਾਹੁੰਦੇ ਹਾਂ ਤੁਹਾਡੇ ਫੈਨਸ ਨੂੰ ਨਾ ਤੁਹਾਡੇ ਬਾਰੇ ਥੋੜੀ ਹੋਰ ਗੱਲਾਂ ਪਤਾ ਲੱਗਣ ਜਿਹੜੇ ਨਹੀਂ ਪਤਾ ਲੱਗ ਪਾਉਂਦੀਆਂ ਸੀ ਹੁਣ ਤੱਕ ਹੈ ਨਾ so let's start with your journey. ਅਵੀਰਾ ਇਹ ਐਕਟਿੰਗ ਦਾ ਮਾਡਲਿੰਗ ਦਾ ਪੈਸ਼ਨ ਛੋਟੇ ਹੁੰਦੇ ਤੋਂ ਸੀਗਾ ਕਈ ਵਾਰ ਪੇਰੈਂਟਸ ਕਹਿੰਦੇ ਨੇ ਸਾਡੀ ਕੁੜੀ ਬਹੁਤ ਸੋਹਣੀ ਇਹਨੂੰ ਮਾਡਲ ਬਣਾਵਾਂਗੇ ਕਿ ਉਹ ਵਾਲੀ ਗੱਲ ਸੀ ਛੋਟੇ ਹੁੰਦੇ ਨਾ ਪੇਰੈਂਟਸ ਜਿਵੇਂ ਮੈਂ ਜਿੱਦਾਂ ਸੀਗੀ ਨਾ ਮੈਂ ਛੋਟੇ ਹੁੰਦੇ ਜਿੱਦਾਂ ਹਰ ਬੱਚੇ ਨੂੰ ਸ਼ੌਂਕ ਹੁੰਦਾ ਹੈ ਕਿ ਹੈ ਨਾ ਡਾਂਸਿੰਗ ਦਾ ਸ਼ੌਂਕ ਹੋ ਗਿਆ ਲਾਈਕ ਕੋ ਕਰਿਕੂਲਰ ਥਿੰਗਸ ਲਾਈਕ ਆਈ ਵਾਸ ਗੁੱਡ ਇਨ ਪੇਂਟਿੰਗ ਡਾਂਸਿੰਗ ਤਾਂ ਉਹ ਉਸ ਪੁਆਇੰਟ ਤੱਕ ਤਾਂ ਪੇਰੈਂਟਸ ਬਹੁਤ ਲਾਈਟਲੀ ਲੈਂਦੇ ਨੇ ਹੈ ਨਾ ਕਿ ਚਲੋ ਸ਼ੌਂਕ ਦੇ ਵਿੱਚ ਹੈ ਵੱਡੇ ਹੁੰਦੇ ਗਈ ਤਾਂ ਫਿਰ ਯੂ نو ਉਹ ਡਿਵੈਲਪ ਹੁੰਦਾ ਗਿਆ ਸ਼ੌਂਕ ਆਈ ਵਾਂਟਡ ਟੂ ਪਰਸੂ ਇਟ ਬਟ ਦੈਨ ਸਕੂਲ ਦੇ ਵਿੱਚ ਸੀਗੇ ਤਾਂ ਇੱਕ ਆਹ ਵੀ ਚੀਜ਼ ਹੁੰਦੀ ਸੀ ਕੁਝ ਅਕੈਡਮਿਕਲੀ ਕਰਨਾ ਹੈ ਨਾ ਸੋ ਇੱਕ ਇੰਟਰਸਟ ਮੇਰਾ ਸੀਗਾ ਇਨੀਸ਼ੀਅਲੀ ਆਈ ਵਾਂਟਡ ਟੂ ਬੀ ਅ ਗਾਇਨੋਕੋਲੋਜਿਸਟ ਰੀਅਲੀ ਯੈਸ ਸੋ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ majority of interest was in this ki hai na I was a fashion designer so I did pursue designing ਉਸ ਤੋਂ ਬਾਅਦ ਇੱਕ modeling ਦਾ because designing ਦੇ ਵਿੱਚ we used to model for our own clothes ਹੈ ਨਾ so modeling ਦੇ ਵਿੱਚ ਗਏ I started my own blog ਹੈ ਨਾ ਇੱਕ blog channel ਵੀ ਖੋਲਿਆ I used to write blogs so ਹੌਲੀ ਕਰਕੇ ਨਾ modeling ਦੇ ਵਿੱਚ ਮੈਂ enter ਕੀਤਾ and ਉਸ ਤੋਂ ਬਾਅਦ I was quite like you know very regular with my Instagram posts I was very social so ਉੱਥੇ ਜਾ ਕੇ I think that ਕਿ ਮੇਰਾ social media ਤੇ ਇੰਨਾ ਵਧੀਆ ਸੀਗਾ that I actually got into it okay so ਆਪਾਂ starting ਤੋਂ start ਕਰਾਂਗੇ ਅਵੀਰਾ where do you hail back to ਮਤਲਬ ਤੁਹਾਡੇ major roots ਪੰਜਾਬ ਚ ਕਿੱਥੇ ਨੇ ਮੈਂ ਗਿੱਦੜਬਾਹਾ ਤੋਂ belong ਕਰਦੀ ਹਾਂ ਜਿਹੜਾ ਬਠਿੰਡਾ ਦੇ ਵਿੱਚ ਹੀ ਆ okay so ਤੁਹਾਡੇ ਪੇਰੈਂਟਸ ਸਟਾਰਟਿੰਗ ਤੋਂ ਇਹਦੇ ਬਾਰੇ ਤੁਹਾਡੇ profession ਚ ਜਾਣ ਤੋਂ ਪਹਿਲਾਂ ਜਾਂ profession ਬਾਰੇ confidence ਹੈ ਕਿ did they stop you ever about it my dad was in the industry ਤੇ ਉਹ ਹੁਣ ਨਹੀਂ ਹੈਗੇ ਬਟ ਉਹ ਇੱਕ ਐਕਟਰ ਸੀਗੇ ਮੇਰੇ ਮੰਮਾ she was ਆਪਾਂ ਕਹਿ ਸਕਦੇ ਇੱਕ ਰੈਗੂਲਰ you know working parent ਬਟ ਉਹਨਾਂ ਨੇ ਕਦੇ ਮੈਨੂੰ ਰੋਕਿਆ ਨਹੀਂ she always encouraged me ਕਿ ਜਿਹੜਾ ਵੀ ਜਿੱਥੇ ਵੀ ਇੰਟਰਸਟ ਹੈ ਜਿੱਦਾਂ ਬੱਚਿਆਂ 'ਚ ਹੁੰਦਾ ਕਿ ਹਾਂ ਇੱਕ ਫੇਜ਼ ਹੁੰਦਾ ਕਿ ਹਾਂ 3 ਮਹੀਨੇ ਆਹ ਕਰ ਰਹੇ ਹਾਂ ਫਿਰ 4 ਮਹੀਨੇ ਕੁਛ ਹੋਰ ਕਰ ਰਹੇ ਹਾਂ she always encouraged me ਕਿ ਜਿੱਥੇ ਇੰਟਰਸਟ ਹੈ ਉੱਥੇ ਲਾਈਕ ਬੱਚਿਆਂ ਨੂੰ ਇਨਕਰੇਜ ਕਰੋ ਸੋ ਅਵੀਰ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਪੰਜਾਬ ਯੂਨੀਵਰਸਿਟੀ ਵੀ ਪੜ੍ਹੇ ਹੋ ਹੈ ਨਾ ਤੁਸੀਂ ਫੈਸ਼ਨ ਡਿਜ਼ਾਈਨਿੰਗ ਉੱਥੇ ਹੀ ਕੀਤੀ ਹੈ ਸੋ ਬੰਦੇ ਨੂੰ ਆਪਣੇ ਕੈਂਪਸ ਦੇ ਅਰਾਊਂਡ ਹੀ ਨਾ ਬਹੁਤ ਮੋਟੀਵੇਸ਼ਨ ਮਿਲ ਜਾਂਦੀ ਹੈ ਕਈ ਵਾਰੀ ਲੋਟ ਆਫ ਯੋਰ ਫਰੈਂਡਸ ਟੈਲ ਯੂ ਕਿ ਯਾਰ ਤੈਨੂੰ ਜਾਣਾ ਚਾਹੀਦਾ ਤੂੰ ਕਾਹਦੀ ਵੇਟ ਕਰ ਰਹੀ ਆ ਸੋ ਵੈਨ ਵਾਸ ਦੀ ਐਗਜ਼ੈਕਟ ਟਾਈਮ ਜਦੋਂ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਇਟਸ ਮਾਈ ਟਾਈਮ ਟੂ ਗੋ ਪ੍ਰੋਫੈਸ਼ਨਲ ਐਂਡ ਕਮਰਸ਼ੀਅਲ ਜਿਹੜੇ ਬੰਦੇ ਮੈਨੂੰ ਸ਼ੁਰੂ ਤੋਂ ਫੋਲੋ ਕਰ ਰਹੇ ਨੇ ਨਾ ਉਹਨਾਂ ਨੂੰ ਆਹ ਗੱਲ ਪਤਾ ਹੋਊਗੀ ਕਿ ਜਦੋਂ ਮੈਂ ਪੰਜਾਬ ਇੰਡਸਟਰੀ 'ਚ ਐਡਮਿਸ਼ਨ ਲਿੱਤੀ ਸੀਗੀ ਮੇਰਾ ਫਰਸਟ ਈਅਰ ਸੀਗਾ
ਉਦੋਂ ਹੀ ਆਈ ਵਾਸ ਅਪਰੋਚਡ ਫॉर ਦਿਸ ਯੂ نو ਇੰਡਸਟਰੀ 'ਚ ਐਂਟਰ ਕਰਨ ਲਈ। ਤੇ ਬੜੀ ਫਨੀ ਜੀ ਇੱਕ ਸਟੋਰੀ ਜੀ ਹੈ ਦੈਟ ਆਈ ਵਾਸ ਜਸਟ ਕੈਜੂਅਲੀ ਸਿਟਿੰਗ ਇਨ ਮਾਈ ਕਾਰ ਵਿਦ ਮਾਈ ਫਰੈਂਡਸ ਐਂਡ ਮੈਂ ਨਾ ਉਦੋਂ ਨਾ ਇੱਕ ਸੌਂਗ ਆਇਆ ਸੀਗਾ ਪਟਾਕੇ ਸੁਨੰਦਾ ਦਾ 6 years back, ਮੈਨੂੰ 6 ਸਾਲ ਹੋ ਗਏ ਇੰਡਸਟਰੀ 'ਚ। ਸੋ ਉਹ ਗਾਣਾ ਆਇਆ ਸੀ, ਆਈ ਰੀਅਲੀ ਲਵ ਦੈਟ ਸੌਂਗ। ਤੇ ਮੈਂ ਨਾ ਉੱਦਾਂ ਸਾਹਮਣੇ ਜੀ ਰੱਖ ਕੇ ਐਂਡ ਆਈ ਸਟਾਰਟਡ ਪਰਫਾਰਮਿੰਗ ਵਿਦ ਮਾਈ ਫਰੈਂਡਸ ਐਂਡ ਉਹ ਵੀਡੀਓ ਇੰਨੀ ਕਿ ਵਾਇਰਲ ਹੋਈ ਹੈ ਨਾ। ਦੈਟਸ ਵਾਟ ਆਈ ਸੈਡ ਕਿ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਕਈ ਵਾਰੀ। ਸੋ ਮੈਂ ਬੜੀ ਕੈਜੂਅਲੀ, ਨੋ ਇੰਟੈਂਸ਼ਨ ਕਿ ਯੂ ਨੋ ਆਈ ਵਾਂਟਡ ਟੂ ਗੋ ਵਾਇਰਲ ਜਾਂ ਕੁਝ ਵੀ, ਜਸਟ ਫॉर ਫਨ ਵਿਦ ਮਾਈ ਫਰੈਂਡਸ। ਸੋ ਉਹ ਕਿਤੇ ਇੰਨੀ ਵਾਇਰਲ ਹੋਈ ਤੇ ਆਪਣੇ ਇੰਡਸਟਰੀ 'ਚ ਇੱਕ ਡਾਇਰੈਕਟਰ ਸੀ, ਮਤਲਬ ਹੁਣ ਵੀ ਕਰ ਰਹੇ ਨੇ ਕੰਮ, ਜਸ਼ਨ ਨੰਨੜ। he texted me and then he was like, you know, we really love this video and ਆਪਾਂ ਕੰਮ ਕਰਨਾ ਚਾਹੁੰਦੇ ਹਾਂ, are you interested and stuff. So I was like, you know, ਕਿ ਮੇਰਾ ਸ਼ੁਰੂ ਤੋਂ ਇੰਟਰਸਟ ਸੀਗਾ, I wanted to pursue it, but ਮੈਨੂੰ ਸੀ ਕਿ ਮੈਂ ਥੋੜਾ ਜਿਹਾ ਆਪਣਾ ਪੜ੍ਹਾਈ ਖਤਮ ਕਰਕੇ ਉਸ ਤੋਂ ਬਾਅਦ I'll pursue it. ਬਟ ਦੈਨ ਮੈਂ ਆਪਣੀ ਮੰਮਾ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਯੂ ਨੋ ਬਾਅਦ 'ਚ ਵੀ ਕਰਨਾ ਤਾਂ ਹੁਣੇ ਹੀ ਕਰ ਲਓ। ਸੋ ਆਈ ਵਾਸ ਲਾਈਕ ਯੈਸ, ਵਾਈ ਨਾਟ, ਜਸਟ ਡੂ ਇਟ। ਤਾਂ ਫਿਰ ਉਦੋਂ ਕੀਤਾ ਐਂਡ ਦੈਨ ਉੱਥੋਂ ਦੀ ਬਸ ਹੁਣ ਤੱਕ ਤੁਸੀਂ ਬਹੁਤ ਜ਼ਿਆਦਾ ਲੋਕਾਂ ਦੇ ਦਿਲਾਂ 'ਚ ਬਹਿ ਚੁੱਕੇ ਹੋ। ਤੇ ਵੀਰਾ, ਜਦੋਂ ਆਪਾਂ ਕਾਲਜ ਲਾਈਫ 'ਚ ਹੁੰਦੇ ਆ ਜਾਂ ਕੈਂਪਸ ਲਾਈਫ 'ਚ ਵੀ ਹੁੰਦੇ ਆ ਨਾ, ਤਾਂ ਪਹਿਲੇ ਸਾਰੇ ਲਈ ਨੋਰਮਲ ਹੁੰਦੇ ਆ, ਤੁਹਾਨੂੰ ਮੁੰਡੇ ਪਸੰਦ ਕਰਦੇ ਆ, ਸਭ ਨੋਰਮਲ ਹੁੰਦਾ, ਉਹ ਸਭ ਚੀਜ਼ਾਂ ਨੋਰਮਲ ਚੱਲਦੀਆਂ ਨੇ। ਬਟ ਵੈਨ ਯੂ ਬਿਕਮ ਐਨ ਐਕਟਰੈਸ ਜਾਂ ਇੱਕ ਮਾਡਲ, ਤੁਹਾਡਾ ਇੱਕ ਫੇਮ ਬਣ ਜਾਂਦਾ ਹੈ। ਸੋ ਬੰਦਾ ਰਿਅਲਾਈਜ਼ ਕਰਦਾ ਕਿ ਹੁਣ ਇਹੀ ਲੋਕ ਮੈਨੂੰ ਡਿਫਰੈਂਟ ਨਜ਼ਰ ਨਾਲ ਦੇਖ ਰਿਹਾ। ਤੁਹਾਡਾ ਉਹ ਰਿਅਲਾਈਜ਼ੇਸ਼ਨ ਪੁਆਇੰਟ ਕਰਿਆ ਸੀਗਾ ਕਿ ਹੁਣ ਯਾਰ ਮੈਂ ਇੱਕ ਸਟਾਰ ਬਣ ਗਈ ਹਾਂ, ਲੋਕੀ ਮੈਨੂੰ ਡਿਫਰੈਂਟ ਦੇਖ ਰਿਹਾ ਤੇ ਮੇਰੀ ਅਪਰੋਚ ਡਿਫਰੈਂਟ ਹੋ ਗਈ ਹੈ। ਇੱਕ ਆਰਟਿਸਟ ਨਾ ਜਦੋਂ ਲਾਈਕ ਕੋਈ ਵੀ ਬੰਦਾ ਫੇਮਸ ਹੁੰਦਾ ਹੈ ਜਾਂ ਇੱਦਾਂ ਦੀ ਫੀਲਡ ਦੇ ਵਿੱਚ ਆ ਜਾਂਦਾ ਹੈ, ਬਹੁਤ ਚੀਜ਼ਾਂ ਲਿਮਿਟਡ ਹੋ ਜਾਂਦੀਆਂ ਉਹਦੀ ਲਾਈਫ ਦੇ ਵਿੱਚ। ਜਿਵੇਂ ਮੈਨੂੰ ਯਾਦ ਹੈ ਕਿ ਮੈਂ ਸਟਾਰਟਿੰਗ ਦੇ ਕੁਝ ਮਹੀਨਿਆਂ ਦੇ ਵਿੱਚ ਮੈਂ ਬਹੁਤ ਐਕਸਪਲੋਰ ਕਰ ਰਹੀ ਸੀਗੀ, ਬਟ ਰਾਈਟ ਆਫਟਰ ਆਈ ਐਂਟਰਡ ਦੀ ਇੰਡਸਟਰੀ ਉਸ ਤੋਂ ਬਾਅਦ ਥੋੜਾ ਜਿਹਾ ਹੋ ਗਿਆ। ਉਹ ਇਸ ਕਰਕੇ ਹੁੰਦਾ ਹੈ ਬਿਕਾਜ਼ ਲੋਕੀ, ਜਦੋਂ ਤੁਸੀਂ ਇੱਕ ਨੋਰਮਲ ਬੰਦੇ ਹੁੰਦੇ ਹੋ, ਦੇ ਈਜ਼ੀਲੀ ਅਪਰੋਚ ਯੂ, ਹੈ ਨਾ, ਇੱਕ ਚੀਜ਼ ਹੁੰਦੀ ਹੈ। ਬਟ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇੱਕ ਗੱਲ ਹੁੰਦੀ ਹੈ ਕਿ ਇੱਕ ਆਰਟਿਸਟ ਹੈ, ਉਹ ਫੇਮਸ ਹੈ, ਉਹ ਵੀ ਹਿਚਕਿਚਾਉਂਦੇ ਨੇ ਉਹਨਾਂ ਕੋਲ ਆਉਣ ਦੇ ਲਈ। ਐਂਡ ਆਰਟਿਸਟ ਔਨ ਦੀ ਅਦਰ ਹੈਂਡ ਉਹ ਆਹ ਸੋਚਦਾ ਕਿ ਯਾਰ ਹੁਣ ਯੂ ਨੋ ਆਈ ਕੈਂਟ ਡੂ ਨੋਰਮਲ ਥਿੰਗਸ ਜਾਂ ਫਿਰ ਹੈ ਨਾ, ਉਹ ਇੱਕ ਉੱਦਾਂ ਦੀ ਲਾਈਫ ਨਹੀਂ ਰਹਿੰਦੀ। ਸੋ ਆਈ ਥਿੰਕ ਉਹ ਉਹਦੇ ਵਿੱਚ ਫਸ ਜਾਂਦਾ ਹੈ, ਉਹ ਬਹੁਤ ਲਿਮਿਟਡ ਹੋ ਜਾਂਦੀਆਂ। ਤੁਸੀਂ ਆਪਣਾ ਕੈਂਪਸ ਪੂਰਾ ਇੰਜੋਏ ਨਹੀਂ ਕਰ ਪਾਈ ਐਂਡਿੰਗ ਵਾਲਾ ਟਾਈਮ? ਹਾਂ, ਮੈਂ ਆਪਣੇ ਫਰੈਂਡਸ ਦੇ ਵਿੱਚ ਰਹਿ ਕੇ ਬਹੁਤ ਇੰਜੋਏ ਕੀਤਾ ਹੈ, ਬਟ ਮੈਂ ਹੁਣ ਵੀ ਆ ਕਹੂੰਗੀ ਕਿ ਮੈਂ ਪੰਜਾਬ ਯੂਨੀਵਰਸਿਟੀ ਬਹੁਤ ਚੰਗੇ ਤਰੀਕੇ ਨਾਲ ਐਕਸਪਲੋਰ ਨਹੀਂ ਕਰ ਪਾਈ। ਤੁਹਾਡੀ ਫਿਰ ਵੀ ਕੋਈ ਪੰਜਾਬ ਯੂਨੀਵਰਸਿਟੀ ਦੇ ਨਾਲ ਕੋਈ ਇੱਕ ਯਾਦ ਜਿਹੜੀ ਹਲੇ ਵੀ ਬਹੁਤ ਫਰੈਸ਼ ਆ? ਮੇਰੀ ਸਟੂਸੀ ਦੇ ਰਾਜਮਾ ਚੌਲ ਦਾ ਟੇਸਟ ਹੁਣ ਤੱਕ ਫਰੈਸ਼ ਹੈ ਮੇਰੇ ਮੂੰਹ 'ਚ। ਤੇ ਮੇਰਾ ਡਿਪਾਰਟਮੈਂਟ ਸੀਗਾ, ਉਹ ਸਿਰਫ ਇੱਕ ਪੜ੍ਹਾਕੂ ਡਿਪਾਰਟਮੈਂਟ ਨਹੀਂ ਸੀਗਾ, ਇਟ ਵਾਸ ਵੈਰੀ ਫਨ। ਜਿੱਦਾਂ ਡਿਜ਼ਾਈਨਿੰਗ ਮੈਂ ਆਪਟ ਕੀਤਾ ਹੋਇਆ ਸੀਗਾ ਤੇ ਉਹ ਬੜਾ ਫਨ ਡਿਪਾਰਟਮੈਂਟ ਸੀਗਾ। ਉਹਦੇ ਟੀਚਰਸ ਵੀ ਬੜੇ ਯੰਗ ਸੀਗੇ, ਉਹ ਗਾਣੇ ਗਾਉਂਦੇ ਹੋਏ ਇੱਦਾਂ ਕੰਮ ਚੱਲਦਾ ਸੀਗਾ, ਬੜਾ ਸੀਰੀਅਸ, ਲੇਕਿਨ ਆਪਾਂ ਸੀਰੀਅਸ ਨਹੀਂ ਹੁੰਦੇ ਸੀ। ਠੀਕ ਹੈ। ਸੋ ਅਵੀਰਾ, ਤੁਹਾਡੇ ਬਾਰੇ ਇੱਕ ਜਿਹੜੀ ਚੀਜ਼ ਆਪਾਂ ਦੇਖੀ, ਤੁਹਾਡੀ ਗਰੋਥ ਬਹੁਤ ਸਿਗਨੀਫਿਕੈਂਟ ਹੋਈ ਹੈ, ਗ੍ਰਾਫ ਪੂਰਾ ਲੀਨੀਅਰ ਚੱਲਿਆ, ਨਹੀਂ ਕਿ ਤੁਸੀਂ ਡਾਊਨ ਗਏ ਹੋ, ਤੁਸੀਂ ਸਿਗਨੀਫਿਕੈਂਟਲੀ ਉੱਪਰ ਹੀ ਗਏ ਹੋ। ਤੇ ਜਿਹੜਾ ਕੋਈ ਨਵਾਂ ਸਿੰਗਰ ਵੀ ਆਉਂਦਾ ਹੈ ਜਾਂ ਕੋਈ ਬਹੁਤ ਹਿੱਟ ਵੀ, ਉਹ ਤੁਹਾਨੂੰ ਜ਼ਰੂਰ ਇੱਕ ਵਾਰ ਤੁਹਾਡੇ ਗਾਣੇ 'ਚ, ਮਤਲਬ ਆਪਣੇ ਗਾਣੇ 'ਚ ਤੁਹਾਨੂੰ ਲੈ ਚੁੱਕੇ ਹੁੰਦੇ ਆ। ਤੁਹਾਡੀ ਲਾਈਫ ਦਾ ਇੱਕ ਕੋਈ ਡ੍ਰੀਮ ਸੀਗਾ ਕਿ ਯਾਰ ਇਸ ਸਿੰਗਰ ਨਾਲ ਕੰਮ ਕਰਕੇ ਉਦੋਂ ਮੈਂ ਆਪਣੇ ਆਪ ਨੂੰ ਸਕਸੈਸਫੁਲ ਸਮਝੂੰਗੀ? ਹੁਣ ਜਿਹੜਾ ਅੱਗੇ, ਆਈ ਥਿੰਕ ਮੇਰਾ ਸ਼ੁਰੂਆਤ ਦੇ ਵਿੱਚ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਬੜਾ ਮਨ ਸੀਗਾ। ਤੇ ਇੱਕ ਆਪਾਂ ਕਹਿੰਦੇ ਮੈਨੀਫੈਸਟੇਸ਼ਨ ਹੁੰਦੀ ਹੈ, ਆਪਾਂ ਬਹੁਤ ਗੱਲ ਕਰਦੇ ਹਾਂ, ਬਟ ਆਈ ਐਮ ਵੈਰੀ ਗ੍ਰੇਟਫੁਲ ਕਿ ਮੇਰਾ ਬਹੁਤ ਪਹਿਲਾਂ ਹੀ ਆਹ ਚੀਜ਼ ਗਾਣਿਆਂ ਦੇ ਵਿੱਚ ਸਪੈਸ਼ਲੀ ਆਹ ਚੀਜ਼ ਬਹੁਤ ਪਹਿਲਾਂ ਲਾਈਕ ਫੁਲਫਿਲ ਹੋ ਚੁੱਕੀ ਹੈ। ਬਟ ਜੇ ਆਪਾਂ ਮੂਵੀਜ਼ ਦੀ ਗੱਲ ਕਰੀਏ, ਉੱਥੇ ਆਈ ਵੁੱਡ ਸੇ ਕਿ ਆਈ ਵੁੱਡ ਲਵ ਟੂ ਵਰਕ ਵਿਦ ਹਿਮ। ਵਾਓ, ਲਵਲੀ। ਸੋ ਦਿਲਜੀਤ ਵਾਲਾ ਪ੍ਰੋਜੈਕਟ ਬਾਰੇ ਆਪਾਂ ਥੋੜੀ ਹੋਰ ਗੱਲ ਕਰਾਂਗੇ। ਜਦੋਂ ਤੁਹਾਡੇ ਕੋਲੋਂ ਪਹਿਲੀ ਵਾਰ ਅਪਰੋਚ ਹੋਇਆ ਸੀਗਾ, ਪਹੁੰਚਿਆ ਸੀਗਾ ਕਿ ਹੈਵ ਟੂ ਬੀ ਵਿਦ ਦਿਲਜੀਤ ਦੋਸਾਂਝ ਇਨ ਹੈ ਨਾ ਮਿਊਜ਼ਿਕ ਵੀਡੀਓ, ਵਾਟ ਵਾਸ ਯੋਰ ਰਿਐਕਸ਼ਨ? ਤੇ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਫੋਨ ਕਰਕੇ? ਮੰਮਾ ਨੂੰ ਦੱਸਿਆ ਸਭ ਤੋਂ ਪਹਿਲਾਂ। ਮੇਰੀ ਸਭ ਤੋਂ ਪਹਿਲਾਂ ਕਾਲ ਉਹਨਾਂ ਨੂੰ ਹੀ ਜਾਂਦੀ ਹੈ। ਤੇ ਮੇਰਾ ਉਸ ਦਿਨ ਫਾਈਨਲ ਈਅਰ ਦਾ ਫਾਈਨਲ ਐਗਜ਼ਾਮ ਸੀਗਾ। ਤੇ ਜਿਸ ਦਿਨ ਆਪਾਂ ਸ਼ੂਟ ਪਲਾਨ ਕਰ ਰਹੇ ਸੀਗੇ, ਤੇ ਮੈਂ ਉਹੀ ਮੰਮਾ ਨੂੰ ਕਾਲ ਕੀਤਾ ਐਂਡ ਆਈ ਵਾਸ ਲਾਈਕ, ਮੰਮਾ ਕਿ ਇੱਦਾਂ ਗਾਣਾ ਆਇਆ ਐਂਡ ਯੂ ਨੋ ਆਈ ਲਵ ਦਿਲਜੀਤ ਦੋਸਾਂਝ, ਤੇ ਕੀ ਕਰੀਏ, ਮੇਰਾ ਐਗਜ਼ਾਮ ਵੀ ਹੈ ਉਸ ਦਿਨ। ਉਹ ਕਹਿੰਦੇ ਕਿ ਦੇਖ, ਬਹੁਤ ਵਧੀਆ ਓਪਰਚੁਨਿਟੀ ਹੈ, ਐਗਜ਼ਾਮ ਤਾਂ ਰੀਅਪੀਅਰ ਆ ਜਾਊਗਾ, ਆਪਾਂ ਬਾਅਦ 'ਚ ਵੀ ਦੇ ਦਾਂਗੇ, ਕੋਈ ਚੱਕਰ ਨਹੀਂ ਹੈ, ਬਟ ਯੂ ਸ਼ੁਡ ਡੂ ਇਟ। ਮੈਂ ਕਿਹਾ ਠੀਕ ਹੈ। ਦੈਨ ਹੈ ਨਾ, ਇੱਕ ਵਾਰੀ ਮੈਂ ਮੰਮਾ ਤੋਂ ਹਮੇਸ਼ਾ ਗੱਲ ਕਰਦੀ ਹੁੰਦੀ ਸੀਗੀ ਕਿ ਯੂ ਨੋ ਇੱਕ ਥੋੜਾ ਜਿਹਾ ਸਹਾਰਾ ਜਿਹਾ ਮਿਲ ਜਾਂਦਾ।
ਤੇ ਉਹਨਾਂ ਨੇ ਕਿਹਾ ਵੀ ਕਰੋ, ਆਈ ਵਾਸ ਲਾਈਕ ਯੈਸ ਲੈਟਸ ਡੂ ਇਟ ਦੈਨ, ਐਂਡ ਆਬਵੀਅਸਲੀ ਮੇਰਾ ਵੀ ਬਹੁਤ ਮਨ ਸੀਗਾ, ਮੈਂ ਸ਼ੁਰੂ ਤੋਂ ਇੰਨਾ ਮੈਨੀਫੈਸਟ ਕਰ ਰਹੀ ਸੀਗੀ, ਸੋ ਕਰਨਾ ਤਾਂ ਪੈਣਾ ਹੀ ਸੀ। ਸੋ ਦਿਲਜੀਤ ਦੇ ਨਾਲ ਜਦੋਂ ਤੁਸੀਂ ਸੈੱਟ ਤੇ ਸੀਗੇ, ਉਹਨਾਂ ਬਾਰੇ ਕੀ 2-3 ਚੀਜ਼ਾਂ ਤੁਸੀਂ ਅਬਜ਼ਰਵ ਕੀਤੀਆਂ ਤੇ ਅਬਜ਼ੌਰਬ ਕੀਤੀਆਂ ਕਿ ਯਾਰ ਇਸ ਆਰਟਿਸਟ ਤੋਂ ਮੈਂ ਆਹ ਚੀਜ਼ ਸਿੱਖ ਸਕਦੀ ਹਾਂ? ਪਹਿਲਾਂ ਤਾਂ ਸਿੱਖਣ ਵਾਲੀ ਗੱਲ ਮੈਂ ਬਾਅਦ ਚ ਦੱਸਦੀ ਹਾਂ। ਹੀ ਵਾਜ਼ ਵੈਰੀ ਸ਼ਾਈ, ਵੈਰੀ ਰਿਜ਼ਰਵ ਔਨ ਦ ਫਰਸਟ 2 days, 3 ਦਿਨ ਦਾ ਸ਼ੂਟ ਸੀਗਾ। ਔਨ ਦ 3rd day, ਲਾਈਕ ਵਿਦ ਮੀ ਆਮ ਸੇਇੰਗ, ਉਹ ਬਹੁਤ ਸ਼ਾਈ ਤੇ ਥੋੜੇ ਰਿਜ਼ਰਵ ਜਿਹਨੇ, ਬਹੁਤ ਟਾਈਮ ਲੈਂਦੇ ਨੇ ਖੁੱਲਣ ਲਈ। 3rd day ਹੀ ਵਾਜ਼ ਆਲ ਗੁੱਡ, ਲਾਈਕ ਹਾਈਪਡ ਅਪ, ਐਂਡ ਜਿੱਦਾਂ ਉਹ ਹੁਣ ਹੈਗੇ ਆ। ਤੇ ਸਿੱਖਣ ਦੀ ਜੇ ਮੈਂ ਗੱਲ ਕਰਾਂ, ਮੈਂ ਉਹਨਾਂ ਦੀ ਪਰਫਾਰਮੈਂਸ, ਜਿੱਦਾਂ ਦਾ ਉਹ ਕੈਮਰਾ ਨੂੰ ਇੱਕਦਮ ਕੈਪਟੀਵੇਟ ਕਰਦੇ ਨੇ, ਉਹਨਾਂ ਦੀ ਪਰਫਾਰਮੈਂਸ ਹੀ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਮੈਂ ਉਹਨਾਂ ਤੋਂ ਸਿੱਖੂੰਗੀ। ਸੋ ਇਹਨਾਂ 6 ਸਾਲਾਂ ਦੇ ਦੌਰਾਨ ਹੈ ਨਾ, ਸਟਾਰਟਿੰਗ ਫਰਸਟ ਪ੍ਰੋਜੈਕਟ ਤੋਂ ਮੇਬੀ ਸੈਕੰਡ ਪ੍ਰੋਜੈਕਟ ਤੋਂ ਲੈ ਕੇ ਹੁਣ ਤੱਕ, ਇੱਕ ਬੰਦਾ ਜਿਹੜਾ ਕਨਸਟੈਂਟ ਰਿਹਾ, ਜਿਹਨੂੰ ਹਾਲੇ ਵੀ ਪੁੱਛਦੇ ਹੋ, ਕੰਸੀਡਰ ਕਰਦੇ ਹੋ ਆਪਣੇ ਮਮ ਤੋਂ ਇਲਾਵਾ ਕਿ ਇਹ ਪ੍ਰੋਜੈਕਟ ਕੀਤਾ ਜਾਵੇ, ਵਰਥਫੁਲ ਹੋਊਗਾ? ਯਾ ਵਿਕਟਰ। ਅੱਛਾ, ਵਿਕਟਰ ਨੂੰ ਪੁੱਛਦੀ ਹਾਂ ਮੈਂ ਕਿ ਵਿਕਟਰ ਯੋਗਰਾਜ ਸਿੰਘ ਜੀ। ਯੈਸ, ਸੋ ਉਹ ਪ੍ਰੋਫੈਸ਼ਨਲੀ, ਮੰਮਾ ਥੋੜੇ ਇਮੋਸ਼ਨਲੀ ਹੈ ਨਾ, ਉਹ ਮੈਨੂੰ ਉੱਦਾਂ ਗਾਈਡ ਕਰਦੇ ਨੇ, ਬਟ ਵਿਕਟਰ ਔਨ ਦੀ ਅਦਰ ਹੈਂਡ ਮੈਨੂੰ ਬਹੁਤ ਪ੍ਰੋਫੈਸ਼ਨਲੀ ਗਾਈਡ ਕਰਦਾ ਦੈਟ ਦਿਸ ਇਜ਼ ਰਾਈਟ, ਦਿਸ ਇਜ਼ ਰੋਂਗ ਫॉर ਯੂ ਇਨ ਲੌਂਗ ਟਰਮ। ਸੋ ਅਵੀਨਾ, ਜਦੋਂ ਤੁਸੀਂ ਕੋਈ ਗਾਣਾ ਚੂਜ਼ ਕਰਦੇ ਹੋ ਹੈ ਨਾ, ਕੋਈ ਓਬਵੀਅਸਲੀ ਸਿੰਗਰ ਵੀ ਚੂਜ਼ ਕਰਨਾ ਹੁੰਦਾ ਉਹਦੇ ਨਾਲ ਨਾਲ, ਮੈਨੂੰ ਲੱਗਦਾ ਅੱਜ ਕੱਲ੍ਹ ਮਾਡਲਸ ਇੰਨੀ ਉਹ ਹੋ ਰਹੀ ਹੈ ਕਿ ਜਲਦਬਾਜ਼ੀ ਹੋ ਰਹੀ ਹੈ ਆਫਟਰ ਕੋਵਿਡ ਕਿ ਗਾਣਾ ਮਿਲ ਜਾਏ, ਇੱਕ ਪ੍ਰੋਜੈਕਟ ਹੋ ਜਾਏ। ਓਬਵੀਅਸਲੀ ਸਭ ਦੇ ਬਹੁਤ ਅੰਡਰਲਾਈਂਗ ਰੀਜ਼ਨਸ ਹੁੰਦੇ ਨੇ, ਬਟ ਜਦੋਂ ਤੁਸੀਂ ਕੋਈ ਗਾਣਾ ਦੇਖਦੇ ਹੋ, ਤੁਹਾਡੇ ਬੇਸਿਕ 2 ਤੋਂ 3 ਕ੍ਰਾਈਟੀਰੀਆਸ ਕੀ ਰਹਿੰਦੇ ਆ, ਜਾਂ ਪ੍ਰੋਜੈਕਟ ਤੋਂ ਪਹਿਲਾਂ 2-3 ਕ੍ਰਾਈਟੀਰੀਆਸ ਕੀ ਰਹਿੰਦੇ ਜਿਹੜੀ ਅਵੀਰਾ ਸਿੰਘ ਮਸੌਣ ਦੇਖਦੇ ਹੀ ਦੇਖਦੇ ਤੇ ਉਹਨਾਂ ਤੋਂ ਬਾਅਦ ਹੀ ਹਾਂ ਕਰਦੇ? ਦੇਖੋ, ਮੈਂ ਆਹ ਨਹੀਂ ਦੇਖਦੀ ਕਿ ਸਿੰਗਰ ਵੱਡਾ ਹੈ ਕਰ ਲਓ, ਆਈ ਡੋਂਟ ਡੂ ਇਟ। ਮੈਂ ਹਮੇਸ਼ਾ ਆਹ ਚੀਜ਼ ਦੇਖਦੀ ਹਾਂ ਕਿ ਮੇਰੀ ਪਰਫਾਰਮੈਂਸ ਉਹਦੇ 'ਚ ਕਿੰਨੀ ਆ, ਮੇਰਾ ਕੀ ਰੋਲ ਕਿੰਨਾ ਕੀ ਪਲੇ ਹੋ ਰਿਹਾ ਹੈ ਕਿ ਉਹ ਉਹਨਾਂ ਨੂੰ ਵੀ ਲਾਈਕ ਫਾਇਦਾ ਕਰੇ, ਮੈਨੂੰ ਵੀ ਕਰਨਾ ਚਾਹੀਦਾ। ਇਟਸ ਨਾਟ ਜਸਟ ਕਿ ਮੈਂ ਕਿਸੇ ਨੂੰ ਵੀ ਦੇਖ ਕੇ ਬੜਾ ਉਹ ਹੋ ਜਾਏ ਐਂਡ ਦੈਨ ਯੈਸ ਆਈ ਵਾਂਟ ਟੂ ਡੂ ਇਟ, ਆਈ ਡੋਂਟ ਡੂ ਦੈਟ। ਮੈਂ ਹਮੇਸ਼ਾ ਪਹਿਲੀ ਫਰਸਟ, ਬਿਕਾਜ਼ ਇਟਸ ਮਾਈ ਕਰੀਅਰ ਹੈ ਨਾ, ਉਹ ਮੇਰਾ ਜਿੱਦਾਂ ਅਦਰ ਪੀਪਲ ਹੈਵ ਅਦਰ ਜੌਬਸ, ਉਹ ਸਭ ਤੋਂ ਬੈਸਟ ਚੂਜ਼ ਕਰਦੇ ਨੇ, ਦਿਸ ਇਜ਼ ਮਾਈ ਕਰੀਅਰ, ਆਈ ਚੂਜ਼ ਬੈਸਟ ਫॉर ਮੀ। ਸੋ ਮੈਂ ਉਹੀ ਚੀਜ਼ ਹਮੇਸ਼ਾ ਧਿਆਨ 'ਚ ਰੱਖਦੀ ਹਾਂ ਕਿ ਇੱਕ ਗਾਣਾ ਕੁਛ ਵੀ ਹੈ, ਮੈਂ ਉਹਦੇ 'ਚ ਆਪਣਾ ਰੋਲ ਦੇਖਣਾ ਕਿ ਕਿੰਨਾ ਕੀ ਰੋਲ ਹੈ, ਇਜ਼ ਇਟ ਗੋਨਾ ਅਫੈਕਟ ਦੈਮ ਇਨ ਅ ਗੁੱਡ ਵੇ ਔਰ ਮੀ। ਸੋ ਉਹ ਚੀਜ਼ਾਂ ਮੈਂ ਧਿਆਨ 'ਚ ਰੱਖਦੀ ਹਾਂ। ਬਿਲਕੁਲ। ਸੋ ਅਵੀਰਾ, ਜਦੋਂ ਤੁਸੀਂ ਵੀ ਕੋਈ ਗਾਣਾ, ਜੋ ਤੁਸੀਂ ਮੈਂ ਚੂਜ਼ ਕਿਵੇਂ ਕਰਦੀ ਹਾਂ, ਕੀ ਕ੍ਰਾਈਟੀਰੀਆ ਰਹਿੰਦਾ ਹੈ, ਬਟ ਆਪਾਂ ਬਹੁਤ ਟਾਈਮ ਤੋਂ ਦੇਖ ਰਹੇ ਹਾਂ ਕਿ ਬਹੁਤ, ਜਿਵੇਂ ਕਿ ਇੰਡਸਟਰੀ ਦਾ ਟ੍ਰੈਂਡ ਚੱਲ ਰਿਹਾ ਹੈ ਨਾ, ਬਹੁਤ ਫੀਮੇਲ ਮਾਡਲਸ ਉਹਨਾਂ ਨੂੰ ਚੂਜ਼ ਕਰਨ ਦਾ ਇੰਨਾ ਮੌਕਾ ਨਹੀਂ ਮਿਲਦਾ, ਇੰਨਾ ਸੇ ਨਹੀਂ ਮਿਲਦਾ ਹੈ ਨਾ। ਸੋ ਹਾਊ ਇਜ਼ ਇਟ ਦੈਟ ਯੂ ਕੀਪ ਯੋਰ ਸੇ ਆਲਵੇਜ਼? ਕਿਉਂਕਿ ਬਹੁਤ ਮਾਡਲਸ ਦਾ ਇਹ ਕਹਿਣਾ ਹੈ ਕਿ ਸਾਨੂੰ ਇੰਨਾ ਸੇ ਨਹੀਂ ਮਿਲ ਪਾਉਂਦਾ, ਜਾਂ ਉਹ ਮੇਰਾ ਪਾਰਟ ਨਹੀਂ ਸੀਗਾ, ਮੈਂ ਬਸ ਆਪਣਾ ਪਾਰਟ ਕਰਕੇ ਆ ਗਈ। ਹਾਊ ਡੂ ਯੂ ਕੀਪ ਯੋਰ ਸੇ ਐਂਡ ਯੋਰ ਪੋਜੀਸ਼ਨ ਇਨ ਦ ਪ੍ਰੋਜੈਕਟ? ਆਈ ਥਿੰਕ ਯੂ ਨੀਡ ਟੂ ਬੀ ਵੈਰੀ, ਦੇਖੋ ਸਟਾਰਟਿੰਗ ਦੇ ਵਿੱਚ ਨਾ ਥੋੜੀ ਜੀ ਇੱਦਾਂ ਨਹੀਂ ਹੈ ਕਿ ਮੈਂ ਆਹ ਚੀਜ਼ ਨਹੀਂ ਫੇਸ ਕੀਤੀ, ਮੈਂ ਵੀ ਕੀਤੀ ਹੈ, ਬਟ ਯੂ ਨੀਡ ਟੂ ਕੀਪ ਡੂਇੰਗ ਇਟ ਸੋ ਦੈਟ ਲੋਕਾਂ ਦੇ ਦਿਮਾਗ 'ਚ ਇੱਕ ਨਹੀਂ, ਸਾਰਿਆਂ ਨੂੰ ਇੱਦਾਂ ਕਰਨਾ ਚਾਹੀਦਾ, ਸੋ ਦੈਟ ਅਗਲੇ ਨੂੰ ਵੀ ਆਹ ਹੋਏ ਕਿ ਯੂ ਨੋ ਦਿਸ ਇਜ਼ ਦ ਪੈਟਰਨ, ਵੀ ਨੀਡ ਟੂ ਫੋਲੋ ਇਟ, ਯੂ ਨੀਡ ਟੂ ਮੇਕ ਅ ਪੈਟਰਨ ਇਨ ਯੋਰ ਲਾਈਫ। ਹੁਣ ਮੈਂ ਵੀ ਫਸਟ ਟਾਈਮ ਕੀਤਾ ਸੀ, ਸੋ ਛੱਡਣੇ ਪੈਂਦੇ ਆ ਤੁਹਾਨੂੰ ਗਾਣੇ, ਬਟ ਯੂ ਨੀਡ ਟੂ ਸਟੈਂਡ ਫॉर ਦ ਰਾਈਟ ਥਿੰਗ ਫॉर ਯੋਰਸੈਲਫ। ਕੋਈ ਇਦਾਂ ਦਾ ਕੋਈ ਵੀਅਰਡ ਜਿਹਾ ਐਕਸਪੀਰੀਅੰਸ ਜਿਹੜਾ ਹਲੇ ਵੀ ਬੜਾ ਹਾਰਟ ਬ੍ਰੇਕਿੰਗ ਲੱਗਦਾ ਹੈ? ਬਹੁਤ ਮੇਜਰ ਨਹੀਂ ਹੈ, ਇਦਾਂ ਕੁਛ ਹੁੰਦਾ, ਬਹੁਤ ਛੋਟੀਆਂ ਗੱਲਾਂ ਹੁੰਦੀਆਂ ਸੌਂਗਸ ਦੇ ਵਿੱਚ ਸਪੈਸ਼ਲੀ। ਸੋ ਉਹ ਚੀਜ਼ਾਂ ਪਿੱਛੇ ਮੈਂ ਆਹੀ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਐਡਜਸਟ ਕਰ ਲੈਂਦੀ ਸੀ ਕਿ ਚਲ ਛੋਟੀ ਜੀ ਗੱਲ ਕਰ ਲਓ, ਬਟ ਜਦੋਂ ਉਹ ਆਊਟਪੁੱਟ ਆਉਂਦੀ ਹੈ ਗਾਣੇ ਦੀ, ਉਹ ਚੀਜ਼ ਫਿਰ ਆਰਟਿਸਟ ਤੇ ਬਲੇਮ ਹੁੰਦੀ ਹੈ ਕਿ ਯੂ ਨੋ ਦੇ ਆਰ ਨਾਟ ਲੁਕਿੰਗ ਗੁੱਡ, देयर ਮੇਕਅਪਸ ਨਾਟ ਗੁੱਡ, देयर ਕਲੋਥਸ ਆਰ ਨਾਟ ਗੁੱਡ, ਦੇ ਆਰ ਨਾਟ ਪਰਫਾਰਮਿੰਗ ਵੈਲ, ਬਟ ਦੇ ਡੋਂਟ ਨੋ ਕਿ ਉਹਦੇ ਪਿੱਛੇ ਮੇਬੀ देयर ਆਰ ਸਮ ਐਡਜਸਟਮੈਂਟਸ ਜਿਹੜੀ ਟੀਮ ਕਰਦੀ ਹੈ ਵਿਦ ਦੀ ਆਰਟਿਸਟ। ਕੀ ਬਾਤ। ਸੋ ਉਹ ਚੀਜ਼ ਮੈਨੂੰ ਲੱਗਦਾ ਹੈ ਬਹੁਤ ਹੀ ਮੈਚੁਰ ਅਪਰੋਚ ਹੈ ਬਾਈ ਯੋਰ ਸਾਈਡ ਆਲਸੋ। ਸੋ ਵੀਰਾ, ਇਹਨਾਂ 6 ਸਾਲਾਂ ਵਿੱਚ ਹਾਊ ਹੈਵ ਯੂ ਐਜ਼ ਅ ਪਰਸਨ ਚੇਂਜਡ ਯੋਰਸੈਲਫ? ਅ ਲੋਟ। ਫਸਟ ਆਫ ਆਲ ਤਾਂ ਮੈਂ ਬਹੁਤ ਯੰਗ ਏਜ 'ਚ ਸ਼ੁਰੂ ਕੀਤਾ ਸੀਗਾ, ਆਈ ਵਾਜ਼ ਵੈਰੀ ਇਮੈਚੁਰ, ਆਈ ਵਾਜ਼ ਵੈਰੀ ਫਲੈਟਰਡ ਬਾਈ ਐਵਰੀਥਿੰਗ, ਸਾਰਾ ਕੁਝ ਦੇਖ ਕੇ ਬਹੁਤ ਹੁੰਦਾ ਸੀਗਾ। ਮੈਂ ਕਹੂੰਗੀ ਕਿ ਮੇਰੇ 'ਚ ਪੇਸ਼ੈਂਸ, ਠਹਿਰਾਵ ਬਹੁਤ ਜ਼ਿਆਦਾ ਆਇਆ, ਮੈਂ ਬਹੁਤ ਕੁਝ ਸਿੱਖਿਆ ਲੋਕਾਂ ਬਾਰੇ, ਆਪਣੇ ਬਾਰੇ, ਬੀਇੰਗ ਇਨ ਦੀ ਇੰਡਸਟਰੀ। ਸੋ ਮੈਂ ਆਹ ਕਹੂੰਗੀ ਕਿ ਮੈਂ ਇੰਡਸਟਰੀ ਦੇ ਵਿੱਚ ਰਹਿ ਕੇ ਬਹੁਤ ਮੈਚੁਰ ਹੋਈ ਹਾਂ। ਵੀਰਾ, ਹਾਊ ਡੂ ਯੂ ਟੇਕ ਕ੍ਰਿਟਿਸਿਜ਼ਮ? ਸੀ ਆਈ ਟੇਕ ਇਟ ਵੈਰੀ ਪੋਜ਼ਿਟਿਵਲੀ। ਕ੍ਰਿਟਿਸਿਜ਼ਮ ਤੇ ਹੇਟ ਦੇ ਵਿੱਚ ਨਾ ਬੜਾ ਫਰਕ ਹੁੰਦਾ ਹੈ। ਕੋਈ ਮੈਨੂੰ ਹੇਟ ਦੇ ਲਾਈਕ ਥਰੂ ਹੇਟ ਮੈਨੂੰ ਕੁਝ ਕਹਿਣਾ ਚਾਹ ਰਿਹਾ, ਦੈਟ ਆਈ ਵੋਂਟ ਟੇਕ, ਬਟ ਯੈਸ ਕ੍ਰਿਟਿਸਿਜ਼ਮ ਜੇ ਮੇਰੇ ਉਹਦੇ 'ਚ ਕੋਈ ਕਮੈਂਟ ਕਰਕੇ ਆਹ ਵੀ ਦੱਸ ਰਿਹਾ ਦੈਟ ਅਵੀਰਾ ਮੇਬੀ ਦਿਸ ਇਜ਼ ਨਾਟ ਯੋਰ ਬੈਸਟ ਪ੍ਰੋਜੈਕਟ, ਯੂ ਕੁਡ ਹੈਵ ਡਨ ਬੈਟਰ, ਆਹ ਚੀਜ਼ ਸਾਨੂੰ ਫੀਲ ਹੋਈ ਹੈ, ਯੈਸ ਆਈ ਵਿਲ ਬੀ ਵੈਰੀ ਹੈਪੀ ਟੂ ਐਕਚੁਅਲੀ ਐਕਨੋਲੇਜ ਇਟ। ਬਟ ਔਨ ਦੀ ਅਦਰ ਹੈਂਡ ਜੇ ਕੋਈ ਮੈਨੂੰ ਬਹੁਤ ਹੇਟ
like comments karooga, then I wouldn't take it as like criticism. It's straight up hate. Yeah, that's very, I guess that's a very intelligent approach कि हाँ hate ਤੇ criticism ਵਿੱਚ ਬਹੁਤ एक्सटीरियर लाइन ਹੁੰਦੀ ਹੈ ਨਾ। ਸੋ ਅਵੀਰਾ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦੇ ਹਾਂ ਇੰਡਸਟਰੀ ਬਾਰੇ, ਹੈ ਨਾ। ਤੁਹਾਡੇ ਵਾਂਗ ਬਹੁਤ ਯੰਗ ਕੁੜੀਆਂ ਨੇ ਤੇ ਕੁਝ ਯੰਗ ਨਹੀਂ ਵੀ ਹੋਣਗੀਆਂ, ਥੋੜੀ ਏਜਡ ਹੋ ਚੁੱਕੀਆਂ, ਕਿਉਂਕਿ ਉਹ ਬਹੁਤ ਦੇਰ ਦੀ ਟਰਾਈ ਕਰ ਰਹੀਆਂ ਨੇ ਇਸ ਇੰਡਸਟਰੀ ਚ ਆਉਣ ਲਈ। ਸਾਰਿਆਂ ਦੇ ਕਿਸੇ ਦੇ ਪੇਰੈਂਟਸ ਰੋਕ ਦਿੰਦੇ ਆ, ਕਿਸੇ ਦਾ ਆਪਣਾ ਮਨ ਦਾ ਡਰ ਹੀ ਰੋਕ ਦਿੰਦਾ, ਕਿਸੇ ਦੇ ਕੁਝ ਐਕਸਪੀਰੀਐਂਸਸ ਕਿ ਦ ਇੰਡਸਟਰੀ ਇਜ਼ ਨਾਟ ਸੇਫ ਫॉर ਗਰਲਸ। ਹਾਲੇ ਵੀ ਦ ਸਟਿਗਮਾ ਇਜ਼ ਵੈਰੀ ਮਚ ਪ੍ਰੋਮਿਨੈਂਟ। ਤੁਸੀਂ ਇਸ ਚੀਜ਼ ਨੂੰ ਕਿੰਨਾ ਜਸਟੀਫਾਈ ਕਰਦੇ ਹੋ, ਕਿਵੇਂ ਤੁਸੀਂ ਇਸ ਚੀਜ਼ ਤੇ ਕਮੈਂਟ ਕਰਦੇ ਹੋ? See, yeah, I agree, safe नहीं हैगी। ਉਹਦੇ ਲਈ I say ਕਿ ਥੋੜੀ patience ਰੱਖਣੀ ਬਹੁਤ ਜ਼ਰੂਰੀ ਹੈ। You need to take your time, you need to give other person that time. Don't jump to the projects ਕਿ ਹਾਂ ਮੈਂ ਬਹੁਤ ਟਾਈਮ ਤੋਂ ਚਾਹਨੀ ਆ, ਕਰ ਲਓ ਬਸ ਕੋਈ ਵੀ ਕੰਡੀਸ਼ਨ ਤੇ। You should be very very patient, especially ਆਹ ਲਾਈਨ ਦੇ ਵਿੱਚ ਕੁੜੀਆਂ ਨੂੰ ਬਹੁਤ patient ਹੋਣ ਦੀ ਲੋੜ ਹੈ। ਉਨੇ ਚਿਰ ਤੱਕ ਤੁਸੀਂ ਆਪਣੇ ਤੇ ਕੰਮ ਕਰੋਗੇ, ਅਗਲਾ ਬੰਦਾ ਤੁਹਾਨੂੰ ਆਪੇ ਹੀ ਅਪਰੋਚ ਕਰ ਲੇ। ਕੀ ਬਾਤ ਹੈ, ਦੈਟ ਇਜ਼ ਸੋ ਸਵੀਟ। ਸੋ ਵੀਰਾ ਬਹੁਤ ਵਧੀਆ ਲੱਗ, ਤੁਹਾਡੇ ਓਪੀਨੀਅਨਸ ਬਹੁਤ ਕਿਊਟ ਨੇ ਤੇ ਮੈਨੂੰ ਲੱਗਦਾ ਬੜੇ ਜਿਵੇਂ ਹੁੰਦਾ ਨਾ ਕਲੀਨ ਪੋਲਿਸ਼ਡ ਇੰਟੈਲੀਜੈਂਟ ਨੇ, ਉਦਾਂ ਦੇ ਤੁਹਾਡੇ ਓਪੀਨੀਅਨਸ ਨੇ। ਸੋ ਵੀਰਾ ਵੀ ਹੈਵ ਅ ਵੈਰੀ ਸ਼ਾਰਟ ਗੇਮ ਫॉर ਯੂ ਜਿਸਦਾ ਨਾਮ ਹੈ ਰੈਪਿਡ ਫਾਇਰ। ਸੋ ਅਸੀਂ ਵੀਰਾ ਨਾਲ ਰੈਪਿਡ ਫਾਇਰ ਖੇਡਾਂਗੇ, ਤੁਸੀਂ ਮੈਨੂੰ ਝਟ ਦੇ ਜਵਾਬ ਦੇਣਾ ਹੈ, ਵੈਰੀ ਕੁਇਕਲੀ ਵਿਦਆਊਟ ਇਵਨ ਥਿੰਕਿੰਗ ਤੁਸੀਂ ਮੈਨੂੰ ਜਵਾਬ ਦੇਣਾ ਹੈ। So let's start. Kidda presents rapid fire with Avira. So your first question is your favorite actor in Punjabi industry. ਆਪਾਂ majorly ਨੂੰ ਪੰਜਾਬੀ ਇੰਡਸਟਰੀ ਦੇ ਰਾਉਂਡ ਰੱਖਾਂਗੇ। ਦਿਲਜੀਤ ਦੋਸਾਂਝ। Favorite actress? सोनम बाजवा, वामिका कब्बी and सिमी चावल. Favorite food? राजमा चावल. Favorite director? I forgot his name. एक तो राकेश sir, राकेश धवन and Jagdeep Sidhu. Favorite brand? Clothing brand? I would say very reasonable, affordable as Zara. And ਉਸ ਤੋਂ ਬਾਅਦ ਤਾਂ ਤੁਸੀਂ ਜੋ ਮਰਜ਼ੀ ਪਾਈ ਜਾਓ। Your favorite pastime? Sorry? Favorite pastime? ਅੱਛਾ, pastime, dancing, actually fitness. ਅੱਛਾ, ਪੰਜਾਬੀ ਇੰਡਸਟਰੀ ਵਿੱਚ ਕਿਹੋ ਜਿਹਾ ਪਰਸਨ ਜਿਹਨੂੰ ਟੇਕ ਐਜ਼ ਐਨ ਇੰਸਪੀਰੇਸ਼ਨ? ਦਿਲਜੀਤ ਦੋਸਾਂਝ। ਤੇ ਕੁੜੀਆਂ ਵਿੱਚ? ਸੁਨੰਦਾ ਸ਼ਰਮਾ। ਅੱਛਾ, ਵਾਈ ਇਜ਼ ਦੈਟ ਸੁਨੰਦਾ ਸ਼ਰਮਾ? ਮੈਨੂੰ ਲੱਗਾ ਤੁਸੀਂ ਕੋਈ ਫਿਟਨੈਸ ਤੋਂ ਲੱਗ ਜਾਓਗੇ। ਨਹੀਂ, ਫਿਟਨੈਸ ਤਾਂ ਮੈਂ ਆਪਣੇ ਲਈ ਕਰਦੀ ਹਾਂ, ਬਟ ਮੈਨੂੰ ਉਦਾਂ ਲੱਗਦਾ ਸੁਨੰਦਾ ਸ਼ਰਮਾ ਇਜ਼ ਅ ਫੁੱਲ ਪੈਕੇਜ। ਲਾਈਕ ਐਜ਼ ਇਨ ਸ਼ੀ ਇਜ਼ ਵੈਰੀ ਬਿਊਟੀਫੁਲ ਐਂਡ ਉਹ ਬੋਲਣ ਦਾ ਤਰੀਕਾ, ਉਹਨਾਂ ਦੀ ਐਕਟਿੰਗ, ਸ਼ੀ ਇਜ਼ ਅ ਗ੍ਰੇਟ ਪਰਫਾਰਮਰ। ਮੈਨੂੰ ਇੱਦਾਂ ਲੱਗਦਾ, ਚਾਹੇ ਉਹ ਲਾਈਵ ਸ਼ੋ ਹੋਏ ਚਾਹੇ ਮੂਵੀ ਹੋਏ, ਗ੍ਰੇਟ ਪਰਫਾਰਮਰ। ਕੀ ਬਾਤ ਹੈ। ਵਨ ਪੰਜਾਬੀ ਸਿੰਗਰ ਸਟਿਲ ਇਨ ਯੋਰ ਡ੍ਰੀਮ ਲਿਸਟ? ਡ੍ਰੀਮ ਲਿਸਟ ਸਿੰਗਰ ਬੀ ਪ੍ਰਾਕ। Your favorite project ਅੱਜ ਤੱਕ ਦਾ? ਦਿਲਜੀਤ ਦੋਸਾਂਝ, ਥਗ ਲਾਈਫ, ਝਾਂਜਰ and then ਰਣਜੀਤ ਬਾਵਾ's ਲਾਊਡ। ਠੀਕ ਹੈ। ਜੇ ਅਵੀਰਾ ਸਿੰਘ ਮਸੌਨ ਤੇ ਗਾਣਾ ਬਣੇ ਤਾਂ ਉਹਦਾ ਨਾਮ ਕੀ ਹੋਊਗਾ? ਉਹਦਾ ਹੋਊਗਾ ਗਾਣੇ ਦਾ ਵੰਡਰ ਜੱਟੀ। One of your most heartbreaking songs that you feel could have done better? Yeah, one of your songs which you feel could have done better. You could have done better than that. Yeah, the song. ਗੁਰਨਾਮ ਭੁੱਲਰ ਨਾਲ ਬਹੁਤ ਪਹਿਲਾਂ ਕੀਤਾ ਸੀਗਾ, that was my second song, ਤੇ ਉਹ ਮੈਂ ਸੋਚਦੀ ਹਾਂ ਕਿ ਉਹ ਬਹੁਤ ਵਧੀਆ ਹੋ ਸਕਦਾ ਸੀ। ਠੀਕ ਹੈ। Like your favorite co-stars who you worked with? ਕਰਨ ਔਜਲਾ, ਰਣਜੀਤ ਬਾਵਾ, ਤਰਸੇਮ ਜੱਸੜ, ਦਿਲਜੀਤ ਦੋਸਾਂਝ। ਸਾਰੇ ਹੋ ਗਏ। Yeah. ਮਤਲਬ ਵਧੀਆ, ਬਹੁਤ ਐਕਸਪੀਰੀਅੰਸ ਰਿਹਾ। ਠੀਕ ਆ। ਸੋ ਅਵੀਰਾ ਵਿਲ ਮੂਵ ਟੁਵਰਡਸ ਦੀ ਐਂਡਿੰਗ ਆਫ ਯੋਰ ਇੰਟਰਵਿਊ। ਬਹੁਤ ਵਧੀਆ ਇਹਨਾਂ ਨੇ ਜਵਾਬ ਦਿੱਤੇ ਸਾਨੂੰ। ਸੋ ਮੇਰੇ ਐਂਡਿੰਗ ਕਰਨ ਨਾਲ ਸਵਾਲ ਇਹੀ ਆ ਕਿ ਅੱਜ ਕੱਲ੍ਹ ਲੋਕੀ ਫਿਲਮਸ ਛੱਡ ਕੇ OTT ਤੇ ਮੂਵ ਹੋ ਰਹੇ ਹੈ ਨਾ। ਨੈਟਫਲਿਕਸ ਦੀ ਮੂਵੀਜ਼ ਤੋਂ ਬਹੁਤ ਵੱਡੀ ਆਡੀਅנס ਬਣਦੀ ਜਾ ਰਹੀ ਹੈ। ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ, ਆਈ ਐਮ ਸ਼ੋਰ ਤੁਹਾਨੂੰ ਕੁਝ ਨੈਟਫਲਿਕਸ ਲਈ ਵੀ ਅਪਰੋਚ ਹੁੰਦਾ ਹੋਊਗਾ, ਸਮਥਿੰਗ ਮਾਈਟ ਹੈਵ ਕਮ ਯੋਰ ਵੇ ਆਲਸੋ। ਜੇ ਤੁਹਾਨੂੰ ਮੂਵੀ ਤੇ ਨੈਟਫਲਿਕਸ ਦੇ ਵਿੱਚ ਆਪਸ਼ਨ ਹੈ, ਤੁਸੀਂ ਕਿਹਨੂੰ ਪਹਿਲਾਂ ਚੂਜ਼ ਕਰੋਗੇ? I think I'll still choose movie because ਉਹ ਇੱਕ ਬਹੁਤ ਵੱਡੇ ਲੈਵਲ ਦਾ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਵੱਡੇ ਪਰਦੇ ਤੇ ਦੇਖਣਾ ਇੱਕ ਅਲੱਗ ਐਕਸਪੀਰੀਅੰਸ ਹੁੰਦਾ ਹੈ। True. So I would choose movies over Netflix. ਬਿਲਕੁਲ। ਸੋ ਅਵੀਰਾ, ਸਾਡੇ ਬਾਰੇ ਨਾ ਇੰਡਸਟਰੀ 'ਚ ਬਹੁਤ ਗੱਲਾਂ ਹੁੰਦੀਆਂ ਜੋ ਸਾਨੂੰ ਪਤਾ ਵੀ ਨਹੀਂ ਹੁੰਦੀਆਂ ਕਿ ਹੋ ਰਹੀਆਂ ਨੇ, ਕੁਝ ਸਾਡੇ ਕੋਲ ਪਹੁੰਚ ਵੀ ਜਾਂਦੀਆਂ ਨੇ, ਹੈ ਨਾ, ਕਿ ਯਾਰ ਇਹ ਬੜਾ ਗਲਤ ਰਿਊਮਰ ਫੈਲਿਆ ਹੈ, ਕੀ ਸੋਚ ਰਹੀ ਹੈ ਮੇਰੇ ਬਾਰੇ, ਕੁਝ ਇੱਦਾਂ ਦਾ ਆਉਂਦਾ ਰਹਿੰਦਾ ਹੈ। ਸੋ 2 rumors about you would like to clear ਜਿਹੜੇ ਕਿ ਜਮਾ ਫੇਕ ਨੇ। ਇੱਕ ਮੈਨੂੰ ਹੁੰਦਾ ਕਿ ਮੈਂ ਉਹ ਨਖਰੇ ਬਹੁਤ ਕਰਦੀ ਹਾਂ ਸੈੱਟ ਤੇ ਆ ਕੇ। ਮੈਂ ਕਹੂੰਗੀ ਕਿ ਮੈਂ ਬਿਲਕੁਲ ਨਖਰੇ ਨਹੀਂ ਕਰਦੀ। ਯੈਸ, ਆਈ ਸਟੈਂਡ ਫॉर ਮਾਈਸੈਲਫ, ਦੈਟਸ ਅਨਦਰ ਥਿੰਗ, ਬਟ ਉਹ ਨਖਰੇ ਨਹੀਂ ਹੁੰਦੇ। That's the only rumor which I've heard about me. ਅੱਛਾ। ਸੋ ਉਸ ਤੋਂ ਇਲਾਵਾ ਤੁਹਾਨੂੰ ਲੱਗਾ ਤੁਹਾਡੇ ਬਾਰੇ ਕੋਈ ਸਟਿਗਮਾ ਬਿਲਡ ਹੋਇਆ, ਤੁਸੀਂ ਬ੍ਰੇਕ ਕਰਨਾ ਚਾਹੁੰਦੇ ਹੋ ਕਿ ਯਾਰ ਇਹ ਗਲਤ ਆ,
ਮੇਰੇ ਬਾਰੇ? ਯਾ ਹਾਂ, ਲੋਕੀ ਆਹ ਵੀ ਬਹੁਤ ਕਹਿੰਦੇ ਕਿ ਮੇਰੇ 'ਚ ਐਟੀਟਿਊਡ ਵੀ ਬਹੁਤ ਹੈ, ਮੈਂ ਐਰੋਗੈਂਟ ਵੀ ਬਹੁਤ ਹਾਂ, ਬਟ ਤੁਸੀਂ ਮੈਨੂੰ ਮਿਲੋ, ਤੁਸੀਂ ਦੱਸੋ ਮੈਂ ਨਹੀਂ ਹਾਂ। ਟੋਟਲੀ ਨਹੀਂ, ਸ਼ੀ ਇਜ਼ ਵੈਰੀ ਸਵੀਟ। ਯਾ ਸੋ ਮੈਂ ਨਾਈਸ ਬੰਦਿਆਂ ਨਾਲ ਨਾਈਸ ਹਾਂ। ਸੋ ਅਮੀਰਾ, ਮੇਰਾ ਲਾਸਟ ਕੁਐਸਚਨ ਤੁਹਾਨੂੰ ਇਹ ਆ ਕਿ ਯੂ ਆਰ ਵਨ ਆਫ ਦੀ ਪੰਜਾਬੀ ਸੈਲੀਬ੍ਰਿਟੀਜ਼ ਜੋ ਕਿ ਆਪਣੀ ਆਡੀਅנס ਨਾਲ ਬਹੁਤ ਇੰਟਰੈਕਟ ਕਰਦੇ ਆ, ਜਾਂ ਤਾਂ ਕਈ ਲੋਕ ਜਮਾ ਹੀ ਨਹੀਂ ਕਰਦੇ, ਜਾਂ ਜੇ ਕੋਈ ਲੋਕ ਕਰਦੇ ਆ ਤਾਂ ਫਿਰ ਉਹ ਐਕਸੈਸ ਹੀ ਕਰ ਜਾਂਦੇ। ਤੁਸੀਂ ਇੱਕ ਬੜਾ ਬੈਲੈਂਸ ਬਣਾ ਕੇ ਰੱਖਿਆ ਹੋਇਆ, ਯੂ ਆਨਸਰ ਸਮ ਕੁਐਸਚਨ ਐਂਡ ਯੂ ਨੋਟ ਆਨਸਰ ਦ ਅਦਰ ਵਨਸ। ਸੋ ਤੁਸੀਂ ਜਦੋਂ ਇੰਟਰੈਕਸ਼ਨ ਕਰਦੇ ਹੋ ਆਪਣੀ ਆਡੀਅנס ਨਾਲ, ਕੁਝ ਬਹੁਤ ਡਿਫਰੈਂਟ ਕਮੈਂਟਸ ਵੀ ਆਉਂਦੇ ਹੋਣੇ ਜਿਹੜੇ ਹਾਰਟ ਬ੍ਰੇਕਿੰਗ ਵੀ ਹੁੰਦੇ ਹੋਣਗੇ, ਹਾਊ ਡੂ ਯੂ ਮੈਨੇਜ ਦੈਟ? ਉਹੀ ਹੈ ਕਿ ਆਪਣੇ ਦਿਲ ਨੂੰ ਕਿਵੇਂ ਸਮਝਾਉਂਦੇ ਹੋ? ਸੀ ਮੈਂ ਨਾ ਮੈਂ ਉਹੀ ਗੱਲ ਕਹਿੰਦੀ ਕਿ ਹਰ ਬੰਦਾ ਨਾ ਬਹੁਤ ਡਿਫਰੈਂਟ ਹੈ, ਹਰ ਬੰਦੇ ਦੀ ਸੋਚ ਬਹੁਤ ਜ਼ਿਆਦਾ ਡਿਫਰੈਂਟ ਹੈ। ਸੋ ਉਹਨਾਂ ਦਾ ਇੱਕ ਪਰਸਪੈਕਟਿਵ ਮੇਰੇ ਕੰਮ ਨੂੰ ਲੈ ਕੇ ਅਲੱਗ ਹੋ ਸਕਦਾ ਹੈ, ਬਟ ਮੈਂ ਯੂਜੂਅਲੀ ਕੀ ਕਰਦੀ ਹਾਂ, ਮੈਂ ਪੋਜ਼ਿਟਿਵ 'ਤੇ ਜ਼ਿਆਦਾ ਕਨਸੈਂਟਰੇਟ ਕਰਦੀ ਹਾਂ ਇੰਸਟੈਡ ਆਫ ਨੈਗੇਟਿਵਸ। ਤੁਹਾਡੇ ਜਿਮ ਸੈਸ਼ਨ ਨੂੰ ਲੈ ਕੇ 2 ਸਵਾਲ ਜ਼ਰੂਰ ਬਣਦੇ ਹੀ ਬਣਦੇ ਹੈ। ਤੁਹਾਡੇ ਵਾਂਗੂ ਬਹੁਤ ਕੁੜੀਆਂ ਉੱਥੇ ਬੈਠੀਆਂ ਜਿਹੜੀ ਬਹੁਤ ਟਿਪਸ ਚਾਹੁੰਦੀਆਂ ਤੁਹਾਡੇ ਕੋਲ। ਸੋ ਡੇਲੀ ਲਾਈਫ ਵਿੱਚ ਇੱਕ ਕੁੜੀ ਆਪਣੇ ਆਪ ਨੂੰ ਫਿਟ ਕਿਵੇਂ ਰੱਖ ਸਕਦੀ, ਉਸ ਬਾਰੇ 2-3 ਟਿਪਸ ਦਿਓ। ਦੇਖੋ, ਫਰਸਟ ਆਫ ਆਲ ਤਾਂ ਤੁਹਾਡੇ ਪੂਰੇ ਦਿਨ ਦੇ ਵਿੱਚ 1 ਘੰਟਾ ਤੁਹਾਨੂੰ ਫਿਟਨੈਸ 'ਤੇ ਲਾਣਾ ਹੀ ਪੈਣਾ ਹੈ। ਆਮ ਨੋਟ ਸੇਇੰਗ ਕਿ ਤੁਸੀਂ 100 ਚੀਜ਼ਾਂ ਕਰੋ। ਡਾਈਟ ਐਂਡ ਫਿਟਨੈਸ ਇਜ਼ ਇਕੁਅਲੀ ਇੰਪੋਰਟੈਂਟ ਐਜ਼ ਯੂ ਵਰਕ। ਠੀਕ ਹੈ, ਤੇ ਤੁਹਾਡਾ ਡੇਲੀ ਸ਼ਡਿਊਲ ਕੀ ਹੁੰਦਾ? ਮੇਰਾ ਹੁੰਦਾ ਜਿਸ ਦਿਨ ਤਾਂ ਸ਼ੂਟ ਨਹੀਂ ਹੁੰਦਾ ਉਸ ਦਿਨ ਮੇਰਾ ਸਵੇਰੇ ਮੈਂ ਪਹਿਲਾਂ ਤਾਂ ਆਰਾਮ ਨਾਲ ਉੱਠਦੀ ਹਾਂ, ਠੀਕ ਹੈ। ਉਸ ਤੋਂ ਬਾਅਦ ਮੈਂ ਸਿੱਧਾ ਜਿਮ ਜਾਂਦੀ ਹਾਂ, ਦੈਨ ਆਈ ਗੋ ਟੂ ਪਿਲਾਟਿਸ, ਦੈਨ ਜਿਮ, ਐਂਡ ਜੇ ਮੈਨੂੰ ਟਾਈਮ ਲੱਗਦਾ ਦੈਨ ਆਈ ਗੋ ਟੂ ਕਿਕ ਬਾਕਸਿੰਗ ਔਰ ਮਾਰਸ਼ਲ ਆਰਟਸ। ਕੀ ਬਾਤ ਹੈ। ਸੋ ਕੀ ਕਹਿੰਦੇ, ਲਾਸਟ ਕੁਐਸਚਨ ਅਸੀਂ ਪੁੱਛਾਂਗੇ, ਸੋਨਮ ਬਾਜਵਾ ਤੇ ਤੁਸੀਂ ਦੋਨਾਂ ਨੂੰ ਨਾ ਬਹੁਤ ਇਕੱਠੇ ਲੈ ਕੇ ਚੱਲਦੇ ਕਿ ਯਾਰ ਇਹ ਦੋਨੋਂ ਕੱਲੀ ਕੁੜੀਆਂ ਜਿਹੜੀ ਸਭ ਤੋਂ ਜ਼ਿਆਦਾ ਫਿਟਨੈਸ ਪ੍ਰਮੋਟ ਕਰ ਰਹੀਆਂ ਇਸ ਟਾਈਮ ਤੇ ਪੰਜਾਬੀ ਇੰਡਸਟਰੀ ਵਿੱਚ। ਆਪਾਂ ਆਪਣੇ ਹੈਂਡਲ ਤੇ ਵੀ, ਇੰਸਟਾਗ੍ਰਾਮ ਹੈਂਡਲ ਤੇ ਵੀ ਕਮੈਂਟਸ ਪੜ੍ਹਦੇ ਆ ਕਿ ਫਿਟਨੈਸ ਬਾਰੇ ਕੁਝ ਦੱਸੋ ਜਾਂ ਫਿਟਨੈਸ ਬਾਰੇ ਕੀ ਜਾਣਨਾ ਚਾਹੋਗੇ, ਤਾਂ ਇੱਕ ਸੋਨਮ ਬਾਜਵਾ ਤੇ ਤੁਹਾਡਾ ਨਾਮ ਬਿਲਕੁਲ ਨਾਲ ਆਉਂਦਾ ਹੈ ਕਿ ਇਹ ਦੋਨੋਂ ਕੁੜੀਆਂ ਬਹੁਤ ਜ਼ਿਆਦਾ ਫਿਟਨੈਸ ਪ੍ਰਮੋਟ ਕਰ ਰਹੀਆਂ ਨੇ ਤੇ ਵੈਡਿੰਗ ਸੀਜ਼ਨ ਆ ਗਿਆ। ਅਮੀਰਾ, ਬ੍ਰਾਈਡਸ ਨੂੰ ਤੁਸੀਂ ਕੀ ਟਿਪਸ ਦੇਣਾ ਚਾਹੋਗੇ? 2 ਫਿਟਨੈਸ ਲਈ। ਫਿਟਨੈਸ ਲਈ ਮੈਂ ਆ ਕਹੂੰਗੀ ਕਿ ਜਜ਼ਬਾਤਾਂ ਨਾਲ ਜ਼ਿਆਦਾ ਉਹ ਨਾ ਹੋ ਜਾਓ, ਖਾਓ ਵਿਆਹ ਵਾਲੇ ਦਿਨ ਤੱਕ ਕੁਛ ਨਾ ਖਾਓ, ਲਾਈਕ ਵਧੀਆ ਡਾਈਟ ਰੱਖਿਓ, ਵਧੀਆ ਖਾਓ ਸੋ ਦੈਟ ਯੂਰ ਸਕਿਨ ਗਲੋਜ਼, ਐਂਡ ਵਿਆਹ ਵਾਲੇ ਦਿਨ ਯੂਰ ਗੋਨਾ ਲੁੱਕ ਗ੍ਰੇਟ। ਕੀ ਬਾਤ ਹੈ। ਤੇ ਦੈਨ ਵੀਰਾ, ਆਪਣੇ ਫੈਨਸ ਨੂੰ ਆਉਣ ਵਾਲੇ ਕੁਝ ਫਿਊਚਰ ਇੰਡੇਵਰਸ ਬਾਰੇ ਦੱਸਣਾ ਚਾਹੋਗੇ, ਕੀ ਆ ਰਿਹਾ ਹੈ? ਯੈਸ, ਮੈਂ ਥੋੜਾ ਜਿਹਾ ਹਿੰਟ ਦਊਂਗੀ ਕਿ ਮੇਰੀ ਇੱਕ ਮੂਵੀ ਪਾਈਪਲਾਈਨ ਦੇ ਵਿੱਚ ਹੈ, ਵਿਚ ਆਮ ਗੋਨਾ ਬੀ ਓਨਰਡ ਟੂ ਸ਼ੇਅਰ ਵਿਦ ਯੂ ਗਾਇਜ਼, ਐਂਡ ਬਹੁਤ ਵਧੀਆ ਗਾਣੇ ਵੀ ਆ ਰਹੇ ਹੈ, ਹੋਪਫੁਲੀ ਉਹ ਵੀ ਤੁਹਾਨੂੰ ਬਹੁਤ ਪਸੰਦ ਆਉਣਗੇ। ਦਿਸ ਵਾਸ ਅਵੀਰਾ ਵਿਦ ਮੀ ਔਨ ਗੈਟਿੰਗ ਪਰਸਨਲ ਵਿਦ ਯੋਰ ਫੇਵਰਿਟ ਸਟਾਰਸ। ਥੈਂਕ ਯੂ ਸੋ ਮਚ। 20,000 ਤੋਂ ਜ਼ਿਆਦਾ ਸਿਨੇਮਾ ਲਵਰਸ ਕਿੱਦਾਂ ਨੂੰ ਸਬਸਕ੍ਰਾਈਬ ਕਰ ਚੁੱਕੇ ਨੇ। ਸਬਸਕ੍ਰਾਈਬ ਕਰੋ ਕਿੱਦਾਂ ਤੇ ਪ੍ਰੈਸ ਕਰੋ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਅਗੇਨ।